ਭੱਟੀ ਸਾਹਿਬ ਨੂੰ ਉਹਨਾਂ ਨੇ ਕਿਹਾ ਹੈ ਕਿ ਸਾਡਾ ਇਹਦਾ ਕੋਈ ਹੱਲ ਕਰੋ। ਭੱਟੀ ਸਾਹਿਬ ਹੋਰੀ ਕਹਿੰਦੇ ਨੇ ਕਿ ਸਾਡੇ ਕੋਲ 10 ਜਾਂ 15 ਡੀਲਰ ਨੇ ਜਿਹੜੇ ਇਸ ਮੌਜੂਦ ਤੇ ਉਹਨਾਂ ਦੀ ਕਬੀਨਾ ਸਾਰੀ ਇਕੱਠੀ ਹੋਈ ਹੈ ਤੇ ਉਹ ਕੰਪਨੀ ਨੂੰ ਕਰ ਰਹੇ ਨੇ ਕੰਪਰੋਮਾਈਜ਼ ਇਨਸ਼ਾਅੱਲਾ ਹੋ ਜਾਏਗਾ। ਹਾਂਜੀ ਇਨਸ਼ਾਅੱਲਾ ਦਿੱਤਾ ਵੇ ਥੋੜਾ ਮੀਟਰ 'ਚ ਕੋਈ ਮਸਲਾ ਆਇਆ ਵੇ ਯਾਰ, ਉਹ ਨਾ ਮੇਰਾ ਖਿਆਲ ਕੋਈ ਫਿਊਜ਼ ਜਿਹੜਾ ਨਾ ਉਹ ਖਰਾਬ ਹੋਇਆ ਤੇ ਮੁੰਡਾ ਫਿਊਜ਼ ਬਦਲਣਾ ਪਿਆ, ਮਿਸਤਰੀ ਸਾਡਾ ਮਕੈਨਿਕ ਇਨਸ਼ਾਅੱਲਾ ਠੀਕ ਹੋ ਜਾਏਗਾ। ਅੱਛਾ ਸਰ ਸਾਡੇ ਮੁਲਕ ਵਿੱਚ ਇਸ ਤਰ੍ਹਾਂ ਹੀ ਹੈ ਚੀਜ਼ਾਂ ਮਾਰਕੀਟ ਵਿੱਚ ਜਿਹੜੀਆਂ ਨੇ ਉਹ ਇਹ ਹੁਣ ਇਹ ਟਰੈਕਟਰ ਜਿਹੜਾ ਇਹਦਾ ਇਹਦੀ ਕੁਆਲਿਟੀ ਵੇਖੋ ਨਾ ਭਾਈਜਾਨ। ਵਾਹ ਜੀ ਕੋਈ ਸ਼ੈ ਨਹੀਂ ਰਹੀ, ਮਜਬੂਰੀ ਕੰਮ ਦੀ ਕੋਈ ਸ਼ੈ ਨਹੀਂ ਹੈ। ਹਾਂਜੀ ਹਾਂਜੀ पूरी दुनिया सब तो मांगे ने। जी अस्सलाम वालेकुम। वालेकुम सलाम भाई की हाल ठीक ठाक हो? हाँ शुक्र है अल्लाह दा जी। तो भाई ये 385 लिया तुसी? हाँ जी। ये कैश लिया मार्केटों लिया? हाँ जी। केड़े शोरूम तो लिया ये? मियां। अच्छा मियां वाले को लिया जी। तो भाई केड़े इलाके जो आए हो? ये तो शेखपुरे तो। शेखपुरे तो आए हो? तो की गल होई की चेक कर रहे हो हुन? ਇਹਦਾ ਮੀਟਰ ਨਹੀਂ ਚੱਲ ਰਿਹਾ ਉਹ ਵੇਖ ਰਹੇ ਹਾਂ। ਅੱਛਾ ਨਵੇਂ ਮੀਟਰ ਕੀ ਹੋ ਗਿਆ? ਇਹ ਇਹਨਾਂ ਦੀਆਂ ਚੀਜ਼ਾਂ ਇਹਦੀਆਂ ਨਾਕਸ ਹੀ ਨੇ। ਆਹੋ ਜੀ ਇਹ ਕੁਝ ਆ ਰਿਹਾ ਹੁਣ ਨਵਾਂ ਵੀ ਹੈ। ਹਾਂਜੀ ਸਾਡੇ ਮੁਲਕ ਵਿੱਚ ਪੈਸੇ ਲੈ ਜਾਂਦੇ ਨੇ ਚੀਜ਼ਾਂ ਨਹੀਂ ਡਿਲੀਵਰ ਕੀਤੀਆਂ ਜਾਂਦੀਆਂ। ਹਾਂਜੀ ਹਾਂਜੀ ਤੇ ਕੀ ਸੂਈ ਨਹੀਂ ਚੱਲਦੀ ਮੀਟਰ ਤੇ ਜਾਂ ਬਿਲਕੁਲ ਹੀ ਨਹੀਂ ਚੱਲ ਰਿਹਾ? ਕਿਉਂ ਭਾਈ? ਨਹੀਂ ਬਿਲਕੁਲ ਨਹੀਂ ਚੱਲ ਰਿਹਾ। ਅੱਛਾ ਤੇ ਕਿੰਨੇ ਚ ਮਿਲਿਆ ਇਹ ਭਾਜੀ? ਇਹ 29,87,000 ਦਾ। 29,87,000 ਦਾ। ਕਿਹੜੇ ਟਾਇਰਾਂ 'ਚ? ਜਰਨਲ। ਅੱਛਾ ਜੀ ਜਨਰਲ ਟਾਇਰ ਨੇ। ਅੱਛਾ ਤੇ ਮਾਰਕੀਟ ਵਿਜ਼ਿਟ ਕੀਤਾ ਹੋਰ ਵੀ ਸ਼ੋਰੂਮ ਮਤਲਬ ਰੇਟ ਵਗੈਰਾ ਚੈੱਕ ਕੀਤੇ ਨੇ? ਇੱਕ ਦੋ ਤੇ ਗਿਆ ਇਹੀ ਹੀ ਦੱਸਿਆ ਇਹਨੇ। ਕੀ ਰੇਟ ਦੱਸ ਰਹੇ ਨੇ? 90 ਕਈਆਂ ਦੇ 30 ਲੱਖ ਵੀ ਮੰਗ ਰਹੇ ਨੇ। ਕਈ ਮੰਗਦੇ 60 ਬੰਦੇ ਕਿਸੇ ਪੈਸੇ ਮੰਗਿਆ। ਤੇ ਕਿਦਨ ਦੀ ਇਨਵਾਈਸ ਹੈ? ਫਰੈਸ਼ ਬਿਲਕੁਲ? ਹੈ ਕਿਦਨ ਦੀ ਇਨਵਾਈਸ ਹੈ? ਇਹ ਮਾਰਚ ਦੀ। ਫਰੈਸ਼ ਹੀ ਹੈ? ਹਾਂ ਫਰੈਸ਼। ਅੱਛਾ ਤੇ ਕਿਵੇਂ ਹੁਣ ਲੋਡ ਕਰਨ ਲੱਗੇ ਕਿ ਇਸ ਨਾਲ ਲੈ ਕੇ ਚੱਲੇ ਹੋ? ਆ ਲੋਡ ਹੀ ਕਰ ਲੈਣਾ। ਇਸ ਤੋਂ ਇਲਾਵਾ ਇੱਥੇ ਨਾਲ ਨਿਊ ਹਾਲੈਂਡ ਵਾਲੇ ਇਹਨਾਂ ਨੇ ਨੋਟੀਫਿਕੇਸ਼ਨ ਭੇਜਿਆ ਬੰਦਿਆਂ ਨੇ ਬੁੱਕ ਕਰਵਾਏ 2-2 ਮਹੀਨੇ ਤੋਂ ਟਰੈਕਟਰ ਵਗੈਰਾ। ਉਹਨਾਂ ਜੀ ਕੱਲ ਨੋਟੀਫਿਕੇਸ਼ਨ ਭੇਜਿਆ ਜੀ ਜਿਨ੍ਹਾਂ ਬੁੱਕ ਕਰਵਾਏ ਸੀ ਉਹ ਮਜ਼ੀਦ ਰਕਮ ਅਦਾ ਕਰਨ 4-4 ਲੱਖ ਰੁਪਈਆ। 3-3 ਮਹੀਨੇ ਤੋਂ ਇਹਨਾਂ ਦੇ ਪੈਸੇ ਨਾ ਬਾਉਂਡ ਕੀਤੇ ਨੇ। ਇਸ ਬਾਰੇ ਕੀ ਕਹਿਣਾ ਚਾਹੋਗੇ? ਸਰ ਸਾਡੇ ਮੁਲਕ ਵਿੱਚ ਇਸ ਤਰ੍ਹਾਂ ਹੀ ਹੈ ਚੀਜ਼ਾਂ ਮਾਰਕੀਟ ਵਿੱਚ ਜਿਹੜੀਆਂ ਨੇ ਉਹ ਇਹ ਹੁਣ ਇਹ ਟਰੈਕਟਰ ਜਿਹੜਾ ਇਹਦਾ ਇਹਦੀ ਕੁਆਲਿਟੀ ਵੇਖੋ ਨਾ ਭਾਈਜਾਨ। ਵਾਹ ਜੀ ਕੋਈ ਸ਼ੈ ਨਹੀਂ ਰਹੀ, ਮਜਬੂਰੀ ਕੰਮ ਦੀ ਕੋਈ ਸ਼ੈ ਨਹੀਂ ਹੈ। ਹਾਂਜੀ ਹਾਂਜੀ ਪੂਰੀ ਦੁਨੀਆ ਸਭ ਤੋਂ ਮੰਗੇ ਨੇ। ਹਾਂਜੀ ਹਾਂਜੀ एडे महंगे ट्रैक्टर कारा थानू पूरी दुनिया च नहीं मिल सकते। ये समझ लो मैसी कार है, ये ट्रैक्टर नहीं रह गया हुन। कार तो भी है अगे कार ये अंदर मैसी फर्गूसन कार दा की रेट बंदे हुन ये पुछदे ने कार दा, ट्रैक्टर नहीं कहंदे। मैं भाई ये कार ही है हुन तुहाडे लई जी। ठीक जट्टा जिम्मेदार लई यही कार है भाई। ठीक गल है। किथे 15 लाख दा मिल जांदा ही हुन 30 लाख ते पहुंच गया। हां जी ये कीमतां वधाउण दे ना काम रखिया, बाकी इहदी परफॉर्मेंस नहीं बेहतर कर रहे। चलो जी अल्लाह पाक खैर करे, साडे नसीबां ही करे ते करो जरा चक चुक की होया क्लियर। जी भाई जी मेहरबानी सर। मैकेनिक को मिलाए ने नाल? नहीं ये जट मैकेनिक ही है। आज आप भी मैकेनिक बने आ? लो जी भाई मैसी 385 लिया है ना मार्केट चों जी मियां ट्रैक्टर हाउस। 29,87,000 का मिले जो नवा ट्रैक्टर है ते नवे ट्रैक्टर का जरा ना मीटर नहीं चलता पाया। ये देखो जी नवा ट्रैक्टर है, ये बिल्कुल होंडे सैटमेंट करन। हाजी साहब भी आ गए ने, अल्लाह खैर करे। हाजी साहब उन्होंने पूछते हैं की मसला बने जी। अस्सलाम वालेकुम। वालेकुम सलाम जी। हाजी साहब की हाल ठीक ठाक? वाह वीर सोने हाजी साहब ਤੁਹਾਡੇ ਕੋਲ ਟਰੈਕਟਰ ਬੰਦੇ ਲੈ ਗਏ ਨੇ ਔਰ ਆਂਦੇ ਮੀਟਰ ਨਹੀਂ ਚੱਲਣ ਡਿਆ। ਦਿੱਤਾ ਵੇ ਥੋੜਾ ਮੀਟਰ 'ਚ ਕੋਈ ਮਸਲਾ ਆਇਆ ਵੇ ਯਾਰ, ਉਹ ਨਾ ਮੇਰਾ ਖਿਆਲ ਕੋਈ ਫਿਊਜ਼ ਜਿਹੜਾ ਨਾ ਉਹ ਖਰਾਬ ਹੋਇਆ ਤੇ ਮੁੰਡਾ ਫਿਊਜ਼ ਬਦਲਣਾ ਪਿਆ, ਮਿਸਤਰੀ ਸਾਡਾ ਮਕੈਨਿਕ ਇਨਸ਼ਾਅੱਲਾ ਠੀਕ ਹੋ ਜਾਏਗਾ। ਅੱਛਾ ਪਹਿਲਾਂ ਸਹੀ ਜਦੋਂ ਫੈਕਟਰੀੋਂ ਲਿਆਂਦਾ? ਅੱਜ ਜਦੋਂ ਫੈਕਟਰੀ ਆਉਂਦਾ ਨੇ ਉਦੋਂ ਤਾਂ ਪਤਾ ਨਹੀਂ ਲੱਗਦਾ ਸਹੀ ਹੁੰਦਾ ਹੈ ਖਰਾਬ ਹੈ।
ਅੱਛਾ, ਉਹਦੀ ਵਜ੍ਹਾ ਇਹ ਹੁੰਦੀ ਕਿ ਜਦੋਂ ਟਰੈਕਟਰ ਲੈਣ ਚ ਲੱਗਦੇ ਆ ਤਾਂ ਗੇਟ ਖੋਲਦੇ ਨੇ, ਕਹਿੰਦੇ ਫੌਰੀ ਕੱਢੋ ਬਾਹਰ। ਨਿੱਕੀ ਨਿੱਕੀ ਚੀਜ਼ਾਂ ਨੂੰ ਨਹੀਂ ਇਲਮ ਰਹਿੰਦਾ, ਬਾਕੀ ਮੇਨ ਚੀਜ਼ਾਂ ਨੂੰ ਵੇਖ ਲੈਂਦਾ ਡਰਾਈਵਰ। ਇੱਕ ਆਦਮੀ ਹੋਵੇ 10 ਟਰੈਕਟਰ ਲੱਗੇ ਹੁਣ ਅੰਦਰ, ਉਹਨੂੰ ਵਿਚਾਰਾਂ ਨੂੰ ਆਪਣੀ ਪਈ ਹੁੰਦੀ, ਹੁਣ ਚੀਜ਼ਾਂ ਕੀ ਵੇਖੇ ਕੱਟ ਆਪਣੀ ਪਈ ਬਾਕੀ ਇਹ ਛੋਟਾ ਮੋਟਾ ਇਲੈਕਟ੍ਰੋਨਿਕ ਦਾ ਕੰਮ ਨਿਕਲ ਆਉਂਦਾ ਵੇ, ਉਹ ਬੱਚਾ ਕਰ ਵੀ ਦਿੰਦਾ ਇੱਥੇ। ਉਹ ਰਹਿ ਜਾਵੇ ਤੇ ਉਹਨੂੰ ਆਖੀਦਾ ਮੇਨ ਵਰਕਸ਼ਾਪ ਲੈ ਜਾਓ, ਜੇ ਜ਼ਿਆਦਾ ਮੇਨ ਹੋਵੇ ਕਰਨ ਵਾਲਾ ਉਹ ਕਰਕੇ ਭੇਜਦੇ ਨੇ, ਤੇ ਟਰੈਕਟਰ ਹੀ ਚੇਂਜ ਕਰ ਦੇਈਦਾ, ਕੋਈ ਮਸਲਾ ਨਹੀਂ, ਟਰੈਕਟਰ ਚੇਂਜ ਕਰ ਦੇਈਦਾ। ਉਹ ਤਾਂ ਚੇਂਜ ਹੋ ਜਾਏਗਾ। ਬਾਕੀ ਗੱਲ ਪਤਾ ਕਿ ਅਸੀਂ ਹਮਨੇ ਕੰਪਨੀ ਵਾਲ, ਮੈਂ ਖੁਦ ਮਤਲਬ ਕੰਪਨੀ 'ਚ ਕੰਮ ਕੀਤਾ ਹੈ। ਜੀ ਜੀ ਇਹਨਾਂ ਨੇ ਪਤਾ ਕੀ ਹੁੰਦਾ ਡਰ, ਮਤਲਬ ਯਾਰ ਬਸ ਗੇਟੋਂ ਬਾਹਰ ਨਿਕਲ ਜੇ, ਜੀ ਜੀ ਗੇਟੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਨੇ। ਉੱਥੇ ਕੁਆਲਿਟੀ ਇੰਸਪੈਕਟਰ ਵੀ ਹੈ ਨੇ, ਕੁਆਲਿਟੀ ਚੈੱਕਰ ਹੈ ਨੇ, ਸਾਰਿਆਂ ਦੇ ਕੋਲੋਂ ਪਾਸ ਹੋ ਕੇ ਜਾਂਦਾ। ਉਹ ਬਾਨੇ ਜਾਂ ਮੇਰੇ ਤੋਂ ਨਿਕਲ ਜੇ, ਅਗਲੇ ਕੋ ਤੁਰ ਜੇ ਭਾਵੇਂ, ਬਸ ਇਸੇ ਤਰ੍ਹਾਂ ਅਗਲੇ ਕਰਕੇ ਬਾਹਰ ਕੱਢ ਦਿੰਦੇ ਸਾਰੇ ਇਹ ਆਂਦੇ ਨੇ ਕਿ ਗੇਟ ਤੇ ਜਾਏ, ਗੇਟ ਖੁੱਲੇ ਤੇ ਬਾਹਰ ਚਲਾ ਜਾਏ, ਸਾਨੂੰ ਆਪਣਾ ਲਾਣਾ ਪਵੇ। ਲੇਕਿਨ ਜਿਹੜਾ ਅੰਦਰ ਆਦਮੀ ਮੈਨੇਜਰ ਹੈ, ਜਰਨਲ, ਉਹ ਤਾਂ ਨਹੀਂ ਆਂਦਾ ਕਿ ਮੇਰੀ ਚੀਜ਼ ਜਿਹੜੀ ਹੋਵੇ। ਲੇਕਿਨ ਜਿਹੜਾ ਛੋਟੀ ਕਬੀਨਾ ਹੈ ਨਾ ਸਰ ਜੀ, ਇਹ ਗੌਰ ਨਹੀਂ ਕਰਦੀ। ਇਸ ਵਾਸਤੇ ਨਿੱਕੇ ਨਿੱਕੇ ਜਿਹੜੇ ਨਾ ਖਰਾਬੀਆਂ ਬਾਹਰ ਜਿਹੜੀਆਂ ਨਜ਼ਰ ਆਉਂਦੀਆਂ। ਜਿਸ ਆਦਮੀ ਨੇ 30 ਲੱਖ ਭਰਨਾ, ਉਹਨੇ ਤਾਂ ਜ਼ਰਾ ਜ਼ਰਾ ਦੇਖਣਾ ਟਰੈਕਟਰ ਨੂੰ ਕੋਈ ਫਾਲਟ ਤੇ ਨਹੀਂ, ਤੇ ਫਿਰ ਉਹਨਾਂ ਨੂੰ ਮੀਟਰ ਮਹਿਸੂਸ ਹੋਇਆ ਤੇ ਉਹ ਬੱਚਾ ਇਨਸ਼ਾਅੱਲਾ ਕਰ ਦੇਗਾ, ਕਰ ਦਿੱਤਾ ਅੱਲਾ ਦੇ। ਭਾਈ ਸਾਹਿਬ ਨਾ ਗਾਜ਼ੀ ਵਾਲਿਆਂ ਨੇ ਕੱਲ ਇੱਕ ਨੋਟੀਫਿਕੇਸ਼ਨ ਦਿੱਤਾ ਹੈ, ਤੁਹਾਨੂੰ ਪਤਾ ਲੱਗਾ ਉਸ ਬਾਰੇ? ਜੀ ਨੋਟੀਫਿਕੇਸ਼ਨ ਜਾਰੀ ਕੀਤਾ ਉਹਨਾਂ ਨੇ। ਗਾਜ਼ੀ ਜਿਹੜਾ ਹੈਗਾ 260 ਦੇ ਮੱਦੇ ਮੁਕਾਬਲਾ, ਉਹਦਾ ਸੁਣਿਆ ਹੈ ਕਿ ਕੋਈ 2,80,000 ਰੁਪਇਆ ਦੁਬਾਰਾ ਮੰਗਦੇ ਪਏ ਨੇ, ਕਹਿੰਦੇ ਨੇ ਕਿ ਜਮਾ ਕਰਾਓ ਤਾਂ ਕਿ ਜਿਹੜੀ ਪੁਰਾਣੀ ਬੁੱਕਾਂ ਆ ਉਹਨੂੰ ਕਲੀਅਰ ਕਰੀਏ, ਤੁਹਾਨੂੰ ਟਰੈਕਟਰ ਦਈਏ। ਲੇਕਿਨ ਸੁਣਨ 'ਚ ਆਇਆ ਕੁਝ ਜ਼ਿਮੀਂਦਾਰ ਪਰੇਸ਼ਾਨ ਹੋ ਗਏ ਨੇ ਕਿ 3 ਲੱਖ ਰੁਪਇਆ ਕਰਾਉਣ ਦਾ ਮਕਸਦ ਇਹ ਹੀ ਸੀ ਕਿ ਮਹੀਨਾ ਪਹਿਲੇ ਪੈਸਾ ਜਮਾ ਕਰਾਏ ਨੇ, ਕੋਈ ਰਿਲੀਫ ਮਿਲ ਜਾਏਗਾ। ਲੇਕਿਨ ਉਹਨਾਂ ਨੇ ਦੁਬਾਰਾ ਗਾਜ਼ੀ ਵਾਲਿਆਂ ਨੇ ਇਸ਼ੂ ਕਰਾਤਾ ਹੈ ਕਿ 2,80,000 ਦੁਬਾਰਾ ਦਿਓ, ਤੁਹਾਡੀ ਪੁਰਾਣੀ ਬੁਕਿੰਗ ਜਿਹੜੀ ਅਸੀਂ ਤੁਹਾਨੂੰ ਕਢਾ ਕੇ ਦੇ। ਲੇਕਿਨ ਲੋਕ ਅੱਗੇ ਆਏ ਨੇ ਕਾਸਮ ਭੱਟੀ ਸਾਹਿਬ ਕੋਲੇ, ਉਹਨਾਂ ਨੇ ਵਿਚਾਰਿਆਂ ਨੇ ਪਰੇਸ਼ਾਨ ਹੋਏ ਨੇ। ਲੇਕਿਨ ਭੱਟੀ ਸਾਹਿਬ ਨੂੰ ਉਹਨਾਂ ਨੇ ਕਿਹਾ ਹੈ ਕਿ ਸਾਡਾ ਇਹਦਾ ਕੋਈ ਹੱਲ ਕਰੋ। ਭੱਟੀ ਸਾਹਿਬ ਹੋਰੀ ਕਹਿੰਦੇ ਨੇ ਕਿ ਸਾਡੇ ਕੋਲ 10 ਜਾਂ 15 ਡੀਲਰ ਨੇ ਜਿਹੜੇ ਇਸ ਮੌਜੂਦ ਤੇ ਉਹਨਾਂ ਦੀ ਕਬੀਨਾ ਸਾਰੀ ਇਕੱਠੀ ਹੋਈ ਹੈ, ਤੇ ਉਹ ਕੰਪਨੀ ਨੂੰ ਕਰ ਰਹੇ ਨੇ। ਕੰਪਰੋਮਾਈਜ਼ ਇਨਸ਼ਾਅੱਲਾ ਹੋ ਜਾਏਗਾ, ਇਨਸ਼ਾਅੱਲਾ ਹੋ ਜਾਏਗਾ। ਅਰੇ ਗੱਲ ਪਤਾ ਕੀ ਇਹ ਸਰਾਸਰ ਜ਼ਿਆਦਤੀ ਕੀਤੀ, ਪੈਸੇ ਵੀ ਕੀਮਤਾਂ ਜ਼ਿਆਦਾ ਕਰਦੇ ਨੇ। ਜਦੋਂ ਢੇਰ ਲਿਸਟ ਆਉਂਦੀ ਹੈ ਉਦੋਂ ਮੇਰਾ ਨੋਟਿਸ ਦੱਸ ਦਿੰਦੇ ਨੇ ਵੀ ਇਸ ਤੁਸੀਂ ਮਜ਼ੀਦ ਜਿਹੜਾ ਨਾ ਆਪਣਾ ਟੈਕਸ ਯਾਰੋ ਅਦਾ ਕਰੋ, ਜਾਂ ਜਿੰਨੀ ਵੀ ਰਕਮ। ਇਹਨਾਂ 2-3 ਮਹੀਨੇ ਬਾਅਦ ਦੱਸਦੇ ਪਏ ਨੇ, ਇਹ ਜ਼ਿਆਦਤੀ ਹੈ ਨਾ। ਉਹਦਾ ਮਕਸਦ ਇਹ ਹੈਗਾ ਭਾਈ, ਇੱਕ ਆਪਣੇ FBR ਆਈ ਹੈ, ਉਹਨਾਂ ਨੂੰ 2 ਮਹੀਨੇ ਹੋ ਗਏ, ਉਹਨਾਂ ਦਾ ਪ੍ਰੋਸੀਜਰ ਚੱਲਣ ਡਿਆ। ਉਹਨਾਂ ਦੀਆਂ ਐਂਡ ਤੱਕ ਜਿਹੜੀਆਂ ਪਹਿਲੇ ਸ਼ਰਤਾਂ ਉਹਨਾਂ ਕਈਆਂ ਸੀ ਉਹ ਪੂਰੀਆਂ ਕੀਤੀਆਂ, ਐਂਡ ਤੱਕ 1-2 ਰਹਿ ਗਈਆਂ ਨੇ, ਤੇ ਉਹ ਵੀ ਪੂਰੀਆਂ ਕਰਨ ਤੋਂ ਮੱਦੇ ਮੁਕਾਬਲ ਉਹਨਾਂ ਨੂੰ ਜਿਹੜੇ ਨਾ ਕਿਸ਼ਤ ਨਹੀਂ ਮਿਲਦੀ ਪਈ। FBR ਦਾ 2% ਰਹਿੰਦਾ, ਉਹ ਲਾਓ। ਠੀਕ ਹੈ, ਉਹ ਲਾ ਰਹੇ ਨੇ, ਲੇਕਿਨ ਮਿਲਤ ਵਾਲਿਆਂ ਨੇ ਫਿਲਹਾਲ ਨਹੀਂ ਬਿਲਕੁਲ ਲਾਇਆ ਜੀ। ਉਹ ਗਾਜ਼ੀ ਵਾਲੇ ਕਰਦੇ ਨੇ ਪਏ, ਤੇ ਉਹਨਾਂ ਦਾ ਆਪਣਾ ਜਿਹੜਾ ਹੈ ਕਿ ਮਕਸਦ ਜਿਹੜੀ ਬੁਕਿੰਗ ਆ, ਉਹ ਇਨਵੈਸਟਰ ਆ ਜਾਂ ਕਸਟਮਰ ਆ, ਉਹ ਸਾਰੇ ਪਰੇਸ਼ਾਨ ਤੇ ਹੈ ਨੇ। ਉਹਦੇ ਵਿੱਚ ਬਹਿ ਕੇ ਕੰਪਰੋਮਾਈਜ਼ ਕਰ ਸਕਦੇ ਨੇ ਇਨਸ਼ਾਅੱਲਾ ਕਿ ਯਾਰ ਜੇ ਪਹਿਲੇ ਕੋਈ 1000 ਟਰੈਕਟਰ ਅਸੀਂ ਬੁਕਿੰਗ ਕੀਤੀ ਹੈ ਤੇ ਉਸ ਰਿਲੀਫ ਦੇ ਦਈਏ, ਆਉਣ ਵਾਲੇ ਵਕਤ ਅਸੀਂ ਕੱਢ ਲਾਂਗੇ। ਲੇਕਿਨ ਜਿਹੜਾ ਲਾਣਾ ਰੇਟ ਹੈ ਇਸ ਵਕਤ ਦੇ ਵਿੱਚ, ਆਪਾਂ 10 ਰੁਪਏ ਦੀ ਚੀਜ਼ ਲੈਣ ਜਾਂਦੇ, ਅੱਜ ਹੋ ਰਹੇ ਕੱਲ ਰੇਟ ਹੋ ਰਹੇ। ਇਸ ਵਾਸਤੇ ਕੋਈ ਵੀ ਰੇਟ ਇੱਕ ਜਗ੍ਹਾ ਨਹੀਂ ਖਲੋ ਰਿਹਾ, ਮਜਬੂਰੀ ਹੈ। ਕੰਪਨੀ ਨਹੀਂ ਕਹਿੰਦੀ ਕਿ ਮੈਂ ਫਲਾਪ ਹੋ ਜਾਵਾਂ, ਮੇਰਾ ਕੰਮ ਜਿਹੜਾ ਸਾਰਾ ਫਲਾਪ ਹੋ ਜਾਏ। ਮੇਰੀ ਮਕਸਦ ਮਜ਼ਦੂਰ ਹੈ, 6-7 ਹਜ਼ਾਰ ਮਜ਼ਦੂਰ ਹੈ, ਉਹ ਖਰਾਬ ਹੋ ਜਾਵੇ। ਤੇ ਇਸ ਵਾਸਤੇ ਹੈ ਕੰਪਨੀ ਇਹ ਚੀਜ਼ ਨਹੀਂ ਆਂਦੀ। ਲੇਕਿਨ ਇਸ ਵਕਤ ਜਿਹੜੇ ਰੇਟ ਰੋਜ਼ਮਰਾ ਨੇ ਹਰ ਚੀਜ਼ ਦੇ, ਬੈਂਡਰ ਦਾ ਆਪਣਾ ਰੇਟ ਹੈ, ਮਕੈਨੀਕਲ ਚੀਜ਼ ਉਹਦਾ ਆਪਣਾ ਰੇਟ ਹੈ, ਇਲੈਕਟ੍ਰੀਸ਼ੀਅਨ ਉਹਦਾ ਆਪਣਾ ਰੇਟ ਹੈ। ਮਜਬੂਰੀ ਪਤਾ ਕਿ ਕੱਲ ਅਸੀਂ ਵੀਡੀਓ ਅਪਲੋਡ ਕੀਤੀ ਨਾ, ਤੇ ਬੰਦਿਆਂ ਨੇ ਬੜਾ ਨਾ ਪਰੇਸ਼ਾਨੀ ਕੀਤੀ, ਆਂਦੇ ਇਹਨਾਂ ਦੇ ਰੇਟ ਕਰਾਂਗੇ ਕੰਪਨੀ ਤੇ, ਠੀਕ ਹੈ, ਇਹਨਾਂ ਤੇ ਕੇਸ ਕਰਾਂਗੇ। ਇਹਨਾਂ ਦੇ ਕੇਸ ਬਣਦਾ ਵੀ ਹੈ ਹੁਣ, ਠੀਕ ਹੈ ਨਾ। ਇਹ ਰਾਈਟ ਤੇ ਨੇ ਆਪਣੇ ਕਿਸਾਨ ਜਿਹੜੇ ਨੇ, ਤੇ ਤੁਸੀਂ ਕੀ ਇਸ ਬਾਰੇ ਕਹਿਣਾ ਚਾਹੋਗੇ? ਰਾਈਟ ਤੇ ਨੇ ਜਾਂ ਇਹ ਰੋਂਗ ਆਪਣੇ ਕਿਸਾਨ? ਜਿਹੜਾ ਜ਼ਿਮੀਂਦਾਰ ਹੈ ਨਾ ਉਹ ਤੇ ਰਾਈਟ ਹੈ, ਕਿਉਂਕਿ ਉਹਦਾ 3 ਲੱਖ ਇਸ ਵਕਤ ਕੱਢਣਾ ਮੁਸ਼ਕਲ ਹੋ ਗਿਆ। ਇੱਕ ਮੌਸਮ ਹੋ ਜਾਇਆ, ਹਫਤਾ 10 ਦਿਨ ਬਾਰਿਸ਼ ਪਈ ਹੈ, ਕਈ ਜ਼ਿਮੀਂਦਾਰ ਤੇ ਸਾਰੇ ਪਰੇਸ਼ਾਨ ਹੋ ਗਏ ਨੇ। ਬਾਰਿਸ਼ ਇੰਨੀ ਹੋਈ ਹੈ ਕਿ ਫਸਲ ਜਿਹੜੀ ਉਹ ਵੀ ਖਰਾਬ ਹੋਈ। ਬਾਕੀ 3 ਲੱਖ ਰੁਪਇਆ ਕੰਪਨੀ ਛੱਡ ਵੀ ਦੇਵੇਗੀ, ਜ਼ਿਮੀਂਦਾਰ ਨੂੰ ਫਰਕ ਕੋਈ ਨਹੀਂ ਪੈਂਦਾ। ਅੱਗੇ ਵਕਤ ਉਹਦਾ ਹੈ ਕਿ ਸਿਸਟਮ ਚੱਲਦਾ ਰਹੇਗਾ। ਜੇ 3 ਲੱਖ ਵਾਸਤੇ ਹੁਣ ਦੇਖੋ 240 ਹੈ ਜਾਂ 385 ਹੈ ਮੈਸੀ ਵਾਲੇ ਨੇ। ਇਹਨਾਂ ਦਿਨਾਂ ਦੇ ਵਿੱਚ ਸਰ ਜੀ ਇੰਨਾ ਕੋ ਗਾਹਕ ਹੁੰਦਾ ਹੈ ਕਿ ਆਦਮੀ ਜਿਹੜਾ ਨਾ ਵੇਖ ਕੇ ਪਰੇਸ਼ਾਨ ਹੁੰਦਾ ਹੈ ਕਿ ਯਾਰ ਮੁਲਕ ਇੰਨਾ ਕਿੱਥੋਂ ਆ ਗਿਆ। ਇਸ ਵਕਤ ਸੀਜ਼ਨ ਜਿਹੜਾ ਅੱਧਾ ਗੁਜ਼ਰ ਗਿਆ ਹੈ ਤੇ ਗਾਹਕ ਨਹੀਂ ਹੈ, ਸਿਰਫ ਰੇਟ बढ़न ਦੀ ਵਜ੍ਹਾ ਨਾਲ। ਇਸ ਵਾਸਤੇ ਗਾਜ਼ੀ ਰੇਟ ਘੱਟ ਕਰ ਦੇਗੀ, 3 ਲੱਖ ਦਾ ਫਾਇਦਾ ਦੇ ਦੇਗੀ। ਹੋ ਸਕਦਾ ਆਉਣ ਵਾਲਾ ਵਕਤ ਉਹਦੇ ਵਾਸਤੇ ਅੱਛਾ ਹੋ ਜਾਵੇ। ਜ਼ਿਮੀਂਦਾਰ ਮੈਸੀ ਵਾਲਾ ਪਲਟ ਕੇ ਸਾਰਾ ਆਖੇ ਯਾਰ ਗਾਜ਼ੀ 'ਚ 3 ਲੱਖ ਦਾ ਫਾਇਦਾ ਹੋ ਰਿਹਾ, ਗਾਜ਼ੀ ਲਓ। ਬਾਕੀ ਅਸੀਂ ਤੇ ਆਪ ਇਹ ਮਸ਼ਵਰਾ ਦੇਵਾਂਗੇ ਭਾਈ ਗਾਜ਼ੀ ਵਾਲਿਆਂ ਨੂੰ, ਤੁਹਾਡੀ ਮਿਹਰਬਾਨੀ ਨੋਟਿਸ ਵਾਪਸ ਲਓ, ਜ਼ਿਮੀਂਦਾਰਾਂ ਦੇ ਟਰੈਕਟਰ ਜੀ ਬਿਲਕੁਲ ਹੋਣਾ ਚਾਹੀਦਾ ਹੈ। ਗਾਜ਼ੀ ਨੂੰ ਰਹਿਨਮਾਈ ਕਰਨੀ ਚਾਹੀਦੀ ਹੈ ਜ਼ਿਮੀਂਦਾਰਾਂ ਤੇ ਕਿ ਉਹਨਾਂ ਨੇ ਭਰੋਸਾ ਕਰਕੇ ਬੁਕਿੰਗ ਕਰਾਈ। ਬਹੁਤ ਜ਼ਿਆਦਾ ਜ਼ਿਮੀਂਦਾਰ ਨੇ ਬੁਕਿੰਗ ਕਰਾਈ ਹੈ ਗਾਜ਼ੀ ਤੇ, ਕੈਸ਼ ਤੇ ਕੋਈ ਨਹੀਂ ਲੈ ਰਿਹਾ, ਸਿਰਫ ਰਿਲੀਫ ਮਿਲਦਾ ਪਿਆ। ਉਹਨਾਂ ਨੇ ਬੁਕਿੰਗ ਕਰਾਈ ਹੈ, ਲੇਕਿਨ ਉਹਨਾਂ ਨੂੰ ਵੀ ਚਾਹੀਦਾ ਗਾਜ਼ੀ ਵਾਲ ਨੂੰ ਕਿ ਸਾਡਾ ਇਨਵੈਸਟਰ ਹੈ, ਕਸਟਮਰ ਹੈ, ਅਸੀਂ ਇਹਦਾ ਸੋਚੀਏ। ਸਾਡਾ ਆਉਣ ਵਾਲਾ ਵਕਤ ਪ੍ਰੋਡਕਸ਼ਨ ਵੱਧ ਜਾਏਗੀ, ਉਹਦੇ 'ਚ 10-20 ਹਜ਼ਾਰ ਦਾ ਵੀ ਮੁਨਾਫਾ ਹੋਏਗਾ। ਪਿਛਲਾ ਜਿਹੜਾ 1000 ਟਰੈਕਟਰ ਦਾ ਮਕਸਦ
ਨੁਕਸਾਨ ਉਹਨਾਂ ਦਾ ਤੇ ਉਹ ਵੀ ਰਲ ਮਿਲ ਜਾਏਗਾ। ਰਲ ਜੇ ਗੱਲ ਖੈਰ ਕਰੇ ਕੋਈ ਨਹੀਂ, ਇੱਕ ਦਫਾ ਥੋੜਾ ਬਹੁਤਾ ਝੱਲ ਵੀ ਲਏਗੀ ਕੰਪਨੀ, ਕੋਈ ਗੱਲ ਨਹੀਂ। ਜੀ, ਇਸੇ ਤਰ੍ਹਾਂ ਹੀ। ਜ਼ਮੀਂਦਾਰ ਤੇ ਇਹਨਾਂ ਤੇ ਭਰੋਸਾ ਕਾਇਮ ਜੀ, ਇਸੇ ਰੱਖੇਗਾ ਨਾ, ਤਰ੍ਹਾਂ ਹੀ, ਬਿਲਕੁਲ। ਇਸ ਤਰ੍ਹਾਂ ਇਹਨਾਂ ਕੀਤਾ ਜ਼ਮੀਂਦਾਰ ਇਹਨਾਂ ਦਾ ਭਰੋਸਾ ਹੋ ਨਹੀਂ ਨਾ ਗਿਆ। ਫਿਰ ਲੋਕ ਕੁਛ ਤੇ ਜ਼ਿਮੀਦਾਰ ਗਾਜ਼ੀ ਅੱਗੇ ਲੈ ਕੇ ਰਾਜ਼ੀ ਨਹੀਂ ਹੈ। ਨਹੀਂ ਰਾਜ਼ੀ ਹੈ। ਹੁਣ ਰਿਲੀਫ ਮਿਲਿਆ, ਮੈਸੀ ਨੇ ਰੇਟ ਵਧਾਤਾ, ਗਾਜ਼ੀ ਨੇ ਨਹੀਂ ਵਧਾਇਆ। ਇਸੇ ਵਜ੍ਹਾ ਤੋਂ ਇਹਨਾਂ ਨੇ ਲੈ ਤਾਂ ਹੀ ਬੁੱਕ ਕਰਵਾਏ ਸੀ ਇਹਨਾਂ ਆ ਲੋਕਾਂ ਕਾਫੀ ਬੁਕਿੰਗ ਕਰਾਇਆ, ਲੇਕਿਨ ਗਾਜ਼ੀ ਨੂੰ ਇਹ ਚਾਹੀਦਾ ਹੈ ਜੀ ਰਿਲੀਫ ਦੇਣਾ। ਲੀਵ ਜਿਹੜੀ ਬੁਕਿੰਗ ਹੋਈ ਹੈ ਪੁਰਾਣੀ ਬੁਕਿੰਗ ਤੇ ਉਹਨਾਂ ਨੂੰ ਟਰੈਕਟਰ ਦੇਣਾ ਚਾਹੀਦਾ, ਹਾਂਜੀ 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 ਤਾਂ ਕਿ ਜ਼ਿਮੀਦਾਰ ਲਾ ਦੇਗਾ ਨਾ, ਜ਼ਿਮੀਦਾਰ ਵਾਸਤੇ ਅੱਛਾ ਹੋ ਜਾਏਗਾ, ਆਸਾਨੀ ਹੋ ਫਾਇਦਾ ਹੋ ਜਾਏਗਾ, ਜੀ। ਜ਼ਿਮੀਦਾਰ ਦਾ ਇਤਮਾਦ ਪੁਖਤਾ ਹੋ ਜਾਏਗਾ, ਜ਼ਿਮੀਦਾਰ ਅੱਗੇ ਵੀ ਗਾਜ਼ੀ ਲਵੇਗਾ। ਔਰ ਗਾਜ਼ੀ ਨੂੰ ਥੋੜਾ ਜਿਹਾ ਬਿਹਤਰ ਕਰਨ, ਇਨਸ਼ਾਅੱਲਾ ਗਾਜ਼ੀ ਦਾ ਗਾਹਕ ਕਾਫੀ ਹੈ, ਹਾਂਜੀ ਲੇਕਿਨ ਥੋੜਾ ਜਿਹਾ ਬਿਹਤਰ ਕਰ ਦੇਣਾ ਇਹਦੀ ਟੂਬ ਦਾ ਔਰ ਇਹਦੇ ਪਾਇਦਾਨ ਦਾ, ਇਹਦੀ ਬੈਟਰੀ ਦਾ, ਸਟਾਰਟਿੰਗ ਦਾ ਮਸਲਾ ਹੈ। ਜੀ। ਗਾਜ਼ੀ ਟਰੈਕਟਰ ਕਾਫੀ ਅੱਛਾ ਹੈ, ਕਾਫੀ। ਲੋਕ ਲੈਂਦੇ ਵੀ ਨੇ, ਤੇ ਇਸ ਵਾਸਤੇ ਥੋੜੀ ਸਹੂਲਤ ਮੁਯੱਸਰ ਹੋ ਜਾਏਗੀ ਜ਼ਿਮੀਦਾਰਾਂ ਨੂੰ। ਇਨਸ਼ਾਅੱਲਾ ਗਾਜ਼ੀ ਲੈਣਗੇ ਲੋਕ, ਹਾਂਜੀ ਠੀਕ ਹੈ ਲੇਕਿਨ ਸਾਹਿਬ। ਗਾਜ਼ੀ ਨੂੰ ਚਾਹੀਦਾ ਹੈ ਕਿ ਰਿਲੀਫ ਦੇ ਦੇਣਾ, relief ਜਿਹੜਾ ਦੇ ਟਰੈਕਟਰ ਦੇਣਾ। ਆ ਪੁਰਾਣੀ ਬੁਕਿੰਗ ਦੇ ਕੱਢ ਦੇਣਾ, ਨਵੀਂ ਬੁਕਿੰਗ ਦਾ ਰੇਟ ਲਾਗੂ ਕਰ ਦੇਣਾ। ਵਾਹ ਜੀ, ਬਹੁਤ ਮਿਹਰਬਾਨੀ ਹੈ ਸਾਹਿਬ, ਸ਼ੁਕਰੀਆ।